+1 ਦੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਬੇਟਾ ਅੱਜ ਅਸੀਂ ਆਪਣਾ ਸਟਾਰਟ ਕਰਨ ਲੱਗੇ ਹਾਂ ਸੈਟਸ ਦਾ ਨੈਕਸਟ ਟੌਪਿਕ, ਜਿਸ ਦਾ ਨਾਮ ਹੈ ਆਪਰੇਸ਼ਨਸ ਔਨ ਸੈਟਸ। ਅਸੀਂ ਸਬਟਰੈਕਸ਼ਨ, ਐਡੀਸ਼ਨ, ਮਲਟੀਪਲੀਕੇਸ਼ਨ ਐਂਡ ਡਿਵੀਜ਼ਨ ਦੇ ਨਾਲ ਆਲਰੇਡੀ ਜਾਣੂ ਹਾਂ ਕਿ ਇਹ ਕੀ ਹੁੰਦਾ ਹੈ। ਨੰਬਰਸ ਦੇ ਵਿੱਚ ਆਪਾਂ ਇਹਨਾਂ ਚਾਰ ਆਪਰੇਸ਼ਨਾਂ ਨੂੰ ਕਿੱਦਾਂ ਯੂਜ਼ ਕਰਦੇ ਹਾਂ। ਐਡੀਸ਼ਨ ਕਿਵੇਂ ਕਰਦੇ ਨੰਬਰਸ ਦੀ, ਮਲਟੀਪਲੀਕੇਸ਼ਨ ਕਿਵੇਂ ਕਰਦੇ ਹਾਂ, ਸਬਟਰੈਕਸ਼ਨ ਡਿਵੀਜ਼ਨ ਕਿਵੇਂ ਕਰਦੇ ਹਾਂ। ਇੱਦਾਂ ਹੀ ਬੇਟਾ ਸੈਟਸ ਦੇ ਵਿੱਚ ਵੀ ਕੁਝ ਆਪਰੇਸ਼ਨਸ ਨੇ, ਜਿਵੇਂ ਐਡੀਸ਼ਨ ਹੈ, ਇੱਦਾਂ ਹੀ ਸੈਟਸ ਵਿੱਚ ਵੀ ਕੁਝ ਆਪਰੇਸ਼ਨਸ ਨੇ। ਉਹ ਕਿਹੜੇ ਆਪਰੇਸ਼ਨਸ ਨੇ ਅਤੇ ਕਿੱਦਾਂ ਅਪਲਾਈ ਕਰਨੇ ਆਪਾਂ ਸੈਟਸ ਦੇ ਵਿੱਚ, ਅੱਜ ਉਹਨਾਂ ਦੇ ਬਾਰੇ ਹੀ ਅਸੀਂ ਸਿੱਖਣਾ ਹੈ। ਠੀਕ ਹੈ, ਤੇ ਸਟਾਰਟ ਕਰਦੇ ਹਾਂ ਬੇਟਾ ਅਸੀਂ ਆਪਣੇ ਅੱਜ ਦੇ ਫਸਟ ਆਪਰੇਸ਼ਨ ਔਨ ਸੈਟਸ ਤੋਂ, ਜਿਸ ਦਾ ਨਾਮ ਹੈ ਯੂਨੀਅਨ ਆਫ ਟੂ ਸੈਟਸ। ਦੋ ਸੈਟ ਦੀ ਯੂਨੀਅਨ। ਪਹਿਲਾਂ ਤਾਂ ਅਸੀਂ ਨਾਮ ਤੋਂ ਦੇਖੀਏ, ਯੂਨੀਅਨ ਦਾ ਕੀ ਮਤਲਬ ਹੁੰਦਾ? ਇਕੱਠੇ ਕਰਨਾ। ਠੀਕ ਹੈ, ਜਦੋਂ ਜ਼ਿਆਦਾ ਜਾਣੇ ਇਕੱਠੇ ਹੋ ਜਾਣ ਤਾਂ ਅਸੀਂ ਕਹਿ ਦਿੰਦੇ ਕਿ ਯੂਨੀਅਨ ਬਣ ਗਈ ਆ। ਕਲੀਅਰ? ਹੁਣ ਇੱਦਾਂ ਦਾ ਹੀ ਕੁਛ ਇੱਥੇ ਸੈਟਸ ਵਿੱਚ ਅਸੀਂ ਕਰਾਂਗੇ। ਦੋ ਸੈਟਸ ਦੀ ਯੂਨੀਅਨ ਬੇਟਾ ਕੀ ਹੋਏਗੀ? ਪਹਿਲਾਂ ਡੈਫੀਨੇਸ਼ਨ ਰੀਡ ਕਰਦੇ ਹਾਂ, ਫਿਰ ਆਪਾਂ ਐਗਜ਼ਾਮਪਲ ਨਾਲ ਇਹਨੂੰ ਸਮਝਾਂਗੇ। ਕਹਿੰਦੇ ਲੈਟ A ਐਂਡ B ਐਨੀ ਟੂ ਸੈਟਸ। A ਤੇ B ਮੰਨ ਲਓ ਕੋਈ ਦੋ ਸੈਟ ਨੇ। ਦੈਨ ਯੂਨੀਅਨ ਆਫ A ਐਂਡ B ਇਜ਼ ਦੀ ਸੈਟ। ਜਿਹੜੀ ਯੂਨੀਅਨ ਹੋਏਗੀ A ਐਂਡ B ਦੀ, ਉਹ ਵੀ ਇੱਕ ਸੈਟ ਹੋਏਗੀ। ਕਿਹੜਾ ਸੈਟ? ਕਿੱਦਾਂ ਦਾ ਸੈਟ ਹੋਏਗਾ? consist of those element which are either in A or in B or both। ਆਂਦੇ ਦੋ ਸੈਟ ਦੀ ਯੂਨੀਅਨ, A ਐਂਡ B ਵਾਲੇ ਦੋ ਸੈਟ ਨੇ, ਉਹਨਾਂ ਦੋਨਾਂ ਸੈਟ ਦੀ ਯੂਨੀਅਨ ਜਿਹੜਾ ਇੱਕ ਸੈਟ ਹੋਏਗਾ, ਉਹ 'ਚ ਕਿਹੜੇ ਐਲੀਮੈਂਟ ਆਉਣਗੇ? ਉਹ ਸਾਰੇ ਐਲੀਮੈਂਟ ਜੋ A ਦੇ ਨੇ ਜਾਂ ਕਿਹਦੇ ਨੇ? B ਦੇ, ਤੇ ਜਾਂ ਦੋਨਾਂ ਦੇ ਵਿਚਕਾਰ ਆ ਰਹੇ ਨੇ। ਆਪਾਂ ਸਾਰੇ ਐਲੀਮੈਂਟ ਲੈ ਲੈਣੇ ਆ। ਠੀਕ ਹੈ, ਮਤਲਬ A ਦੇ ਵੀ ਐਲੀਮੈਂਟ ਸਾਰੇ ਲੈ ਲਓ, B ਦੇ ਵੀ ਆਪਾਂ ਸਾਰੇ ਲੈ ਲੈਣੇ ਆ, ਤੇ ਜਿਹੜੇ ਐਲੀਮੈਂਟ ਦੋਨਾਂ 'ਚ ਆ ਰਹੇ ਉਹਨਾਂ ਨੂੰ ਵੀ ਲਵਾਂਗੇ। ਬਟ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਿਹੜੇ ਐਲੀਮੈਂਟ ਦੋਨਾਂ 'ਚ ਆ ਰਹੇ ਉਹਨੂੰ ਲਿਖਣਾ ਕੀ ਆਪਾਂ ਇੱਕ ਵਾਰ ਹੀ ਹੁੰਦਾ ਆ। ਠੀਕ ਹੈ ਜੀ, ਤੇ ਆਪਾਂ ਹੁਣ ਸਮਝਦੇ ਇਹਨੂੰ ਐਗਜ਼ਾਮਪਲ ਦੇ ਨਾਲ ਵੀ। ਮੰਨ ਲਓ ਸਾਡੇ ਕੋਲ ਇੱਕ A ਸੈਟ ਆ ਜਿਹਦੇ ਐਲੀਮੈਂਟਸ ਹੈਗੇ ਆ 1 2 ਤੇ 3। ਇੱਕ ਬੇਟਾ B ਸੈਟ ਆ, ਮੰਨ ਲਓ ਐਲੀਮੈਂਟ ਆ 3 4 ਤੇ 5। ਦੋ ਸੈਟ ਦੀ ਯੂਨੀਅਨ ਨੂੰ ਬੇਟਾ ਅਸੀਂ ਡਿਨੋਟ ਕਿਵੇਂ ਕਰਦੇ ਆ? ਆ U ਪਾ ਕੇ। U ਟਾਈਪ ਇੱਕ ਸਿੰਬਲ ਹੁੰਦਾ। ਠੀਕ ਹੈ, ਇਹਨੂੰ ਯੂਨੀਅਨ ਦਾ ਆਪਾਂ ਨਾਮ ਦਿੰਦੇ। A ਯੂਨੀਅਨ, ਇਹ ਯੂ ਨਹੀਂ ਬੋਲਣਾ, ਇਹਨੂੰ ਬੋਲਣਾ ਯੂਨੀਅਨ ਹੁੰਦਾ। ਠੀਕ ਹੈ, A ਯੂਨੀਅਨ B ਕਿਹਦੇ ਇਕੁਅਲ ਆਏਗੀ? ਦੇਖੋ ਅਸੀਂ ਕੀ ਕਰਨਾ, ਦੋ ਸੈਟ ਦੀ ਯੂਨੀਅਨ ਕੀ ਹੋਏਗੀ? ਪਹਿਲੇ ਸੈਟ ਦੇ ਸਾਰੇ ਐਲੀਮੈਂਟ ਲਿਖ ਲਓ, ਦੂਜੇ ਸੈਟ ਦੇ ਵੀ ਸਾਰੇ ਐਲੀਮੈਂਟ ਹੀ ਲਿਖਣੇ ਆ ਆਪਾਂ। ਬਟ ਜਿਹੜਾ ਐਲੀਮੈਂਟ ਆਲਰੇਡੀ ਪਹਿਲਾਂ ਲਿਖ ਚੁੱਕੇ ਆ, ਜਿਹੜਾ ਦੋਨਾਂ ਵਿੱਚ ਹੀ ਹੈਗਾ, ਉਹਨੂੰ ਅਸੀਂ ਇੱਕ ਵਾਰ ਹੀ ਲਿਖਣਾ ਹੁੰਦਾ। ਠੀਕ ਹੈ, ਜਿਵੇਂ A ਯੂਨੀਅਨ B ਵਿੱਚ ਬੇਟਾ ਕਿਹੜੇ ਐਲੀਮੈਂਟ ਆਉਣਗੇ? A ਦੇ ਵੀ ਸਾਰੇ ਆਉਣਗੇ, B ਦੇ ਵੀ ਸਾਰੇ ਆਉਣਗੇ, ਜਿਹੜੇ ਦੋਨਾਂ ਵਿੱਚ ਆ ਰਹੇ ਨੇ ਕਾਮਨ ਉਹ ਵੀ ਆਉਣਗੇ। ਠੀਕ ਹੈ, ਹੁਣ ਪਹਿਲਾਂ ਅਸੀਂ A ਦੇ ਐਲੀਮੈਂਟ ਲਿਖ ਲਏ 1 2 ਤੇ 3। ਹੁਣ ਕੀ ਲਿਖਣਾ ਸੀ? B ਦੇ ਐਲੀਮੈਂਟ 3 4 ਤੇ 5। ਬਟ 3 ਤੇ A ਵਿੱਚ ਵੀ ਹੈਗਾ, ਅਸੀਂ ਆਲਰੇਡੀ ਲਿਖ ਚੁੱਕੇ ਆ। ਤੇ ਸੈੱਟ ਦੀ ਡੈਫੀਨੇਸ਼ਨ ਕਹਿੰਦੀ ਆ ਕਿ ਐਲੀਮੈਂਟ ਸੈੱਟ ਵਿੱਚ ਜਿਹੜਾ ਹੁੰਦਾ ਆ, ਇੱਕ ਐਲੀਮੈਂਟ ਇੱਕ ਵਾਰ ਹੀ ਲਿਖਣਾ ਆ, ਇੱਕ ਤੋਂ ਵੱਧ ਵਾਰ ਆਪਾਂ ਨੂੰ ਰਿਪੀਟ ਨਹੀਂ ਕਰਦੇ। ਇਸ ਕਰਕੇ ਅਸੀਂ 3 ਐਲੀਮੈਂਟ ਆਲਰੇਡੀ ਲਿਖ ਚੁੱਕੇ ਆ। 4 ਰਹਿ ਗਿਆ ਤੇ 5 ਰਹਿ ਗਿਆ। ਇਹ ਆ ਗਈ ਬੇਟਾ A ਯੂਨੀਅਨ B। A ਯੂਨੀਅਨ B ਨੂੰ ਸਿੰਪਲ ਤਰੀਕੇ ਨਾਲ ਦੱਸਿਆ ਜਾਏ ਤੇ ਕੀ ਕਰਨਾ? A ਦੇ ਵੀ ਸਾਰੇ ਐਲੀਮੈਂਟ, B ਦੇ ਵੀ ਸਾਰੇ ਐਲੀਮੈਂਟ ਲਿਖ ਲੈਣੇ ਹੁੰਦੇ ਆ। ਬਟ ਜਿਹੜਾ ਦੋਨਾਂ 'ਚ ਆ ਰਿਹਾ ਉਹਨੂੰ ਇੱਕ ਵਾਰ ਹੀ ਲਿਖਣਾ ਹੁੰਦਾ ਹੈ। ਕਲੀਅਰ ਜੀ? ਹੁਣ ਜੇ ਅਸੀਂ ਇਸ ਡੈਫੀਨੇਸ਼ਨ ਨੂੰ ਇੱਕ ਸੈਟ ਬਿਲਡਰ ਫਾਰਮ ਜਾਂ ਸਿੰਬਲ ਦੀ ਫਾਰਮ ਦੇ ਵਿੱਚ ਆਪਾਂ ਜੇ ਲਿਖਣਾ ਹੋਵੇ ਤਾਂ ਕਿਵੇਂ ਲਿਖਾਂਗੇ? A ਯੂਨੀਅਨ B ਦੇ ਵਿੱਚ ਐਲੀਮੈਂਟ ਕਿਸ ਤਰ੍ਹਾਂ ਦੇ ਹੋਣਗੇ? X ਟਾਈਪ। ਕਿਹੜੇ X? X ਜਿਹੜੇ A ਦੇ ਐਲੀਮੈਂਟ ਨੇ, ਜਾਂ X ਕਿਹਦੇ ਐਲੀਮੈਂਟ ਹੋ ਸਕਦੇ ਨੇ? B ਦੇ। A ਯੂਨੀਅਨ B ਦੇ ਵਿੱਚ ਉਹ ਸਾਰੇ ਐਲੀਮੈਂਟ ਆਉਣਗੇ ਜੋ ਐਲੀਮੈਂਟ A ਦੇ ਨੇ, ਜਾਂ ਐਲੀਮੈਂਟ ਬੇਟਾ ਕਿਹਦੇ ਹੈਗੇ ਆ? B ਦੇ। ਕਲੀਅਰ? ਹੁਣ ਇਹ ਤੇ ਹੋਈ ਡੈਫੀਨੇਸ਼ਨ, A ਦਾ ਸਿੰਬਲ। ਇਹ ਐਗਜ਼ਾਮਪਲ ਨਾਲ ਹੁਣ ਸਮਝਿਆ। ਇੱਕ ਵੈਸੇ ਛੋਟੀ ਜਿਹੀ ਐਗਜ਼ਾਮਪਲ ਆਪਾਂ ਕਰਦੇ ਹਾਂ, ਦੇਖਿਓ ਉਹਦੀ ਯੂਨੀਅਨ ਕੀ ਆਏਗੀ। ਮੰਨ ਲਓ ਸਾਡੇ ਕੋਲ ਇੱਕ B ਸੈਟ ਹੈਗਾ, B ਆਲਰੇਡੀ ਲੈ ਚੁੱਕੇ ਆ ਆਪਾਂ, ਕੋਈ E ਸੈਟ ਲੈ ਲੈਣੇ। E ਮੇਰੇ ਕੋਲ ਮੰਨ ਲਓ ਸੈਟ ਹੈਗਾ, ਐਲੀਮੈਂਟ ਨੇ A ਤੇ B। F ਮੇਰੇ ਕੋਲ ਸੈਟ ਹੈਗਾ, ਐਲੀਮੈਂਟ ਆ D ਤੇ E। ਇਹਨਾਂ ਬੇਟਾ ਦੋਨਾਂ ਦੀ ਦੇਖੋ ਯੂਨੀਅਨ ਕੀ ਆਊਗੀ? E ਯੂਨੀਅਨ F। ਯੂਨੀਅਨ 'ਚ ਕੀ ਕਰਨਾ? ਪਹਿਲੇ ਸੈਟ ਦੇ ਵੀ ਐਲੀਮੈਂਟ ਲਿਖ ਲੈਣੇ, ਦੂਜੇ ਦੇ ਵੀ ਲਿਖਣੇ ਆਪਾਂ, ਦੋਨਾਂ ਸੈਟ ਦੇ ਐਲੀਮੈਂਟ ਲਿਖ ਲੈਣੇ ਆ। ਜੇ ਦੋ ਸੈਟ ਦੀ ਯੂਨੀਅਨ ਆ, ਜੇ ਮੰਨ ਲਓ ਤਿੰਨ ਸੈਟ ਦੀ ਯੂਨੀਅਨ ਆ ਰਹੀ ਇਦਾਂ ਹੀ, ਪਹਿਲੇ ਦੇ ਵੀ ਸਾਰੇ ਐਲੀਮੈਂਟ, ਦੂਜੇ ਦੇ ਵੀ, ਤੀਜੇ ਦੇ ਵੀ ਸਾਰੇ ਲਿਖਣੇ ਆ।
बट जिहड़ा एलीमेंट सारिਆਂ 'ਚ कॉमन आ रहा दूजिਆਂ ਵਿੱਚ भी आ रहा ਉਹਨੂੰ एक बार ही लिखना। ਹੁਣ ਇੱਥੇ ਦੋਨਾਂ ਵਿੱਚ कुछ भी कॉमन नहीं आ रहा फिर E ਦੇ ਵੀ ਸਾਰੇ ਆ ਜਾਣਗੇ ਤੇ F ਦੇ ਵੀ ਕੀ ਆ ਸਾਰੇ ਹੀ ਆ ਜਾਣਗੇ एलीमेंट। ਇਹ ਆ ਗਈ ਸਾਡੀ ਜੀ ਦੋ ਸੈੱਟ ਦੀ ਯੂਨੀਅਨ। ਹੁਣ ਨੈਕਸਟ ਅਸੀਂ ਜਿਹੜੀ ਆਪਰੇਸ਼ਨ ਹੈ ਉਹਨੂੰ ਡਿਸਕਸ ਕਰਦੇ ਹਾਂ। ਸੈਕਿੰਡ ਬੇਟਾ ਆਪਰੇਸ਼ਨ ਹੈ ਇੰਟਰਸੈਕਸ਼ਨ ਆਫ ਟੂ ਸੈਟਸ। ਇੰਟਰਸੈਕਸ਼ਨ ਦੋ ਸੈੱਟ ਦੀ ਜਿਹੜਾ ਆਪਰੇਸ਼ਨ ਹੈ ਉਹ ਕਿਵੇਂ ਕੰਮ ਕਰਦਾ ਦੇਖੋ। आंदे मान लो A एंड B साडे कोल कोई भी दो सेट ने then intersection of A and B, A ते B दी intersection में की एक set होएगा consist of those element which are in both A and B। आंदे intersection दे विच दो सेट दी intersection च ਉਹ एलिमेंट ਆਉਣਗੇ ਜਿਹੜੇ ਦੋਨਾਂ ਦੇ ਵਿੱਚ ਹੀ ਲਾਈ ਕਰਦੇ ਆ। ਯੂਨੀਅਨ ਚ ਸਿੱਧਾ ਹੀ ਸੀ ਕਿ ਦੋ ਸੈਟ ਦੀ ਯੂਨੀਅਨ ਦੋਨਾਂ ਸੈਟ ਦੇ ਐਲੀਮੈਂਟ ਨੂੰ ਇਕੱਠੇ ਕਰ ਲਓ, ਜਿਹੜੇ ਰਿਪੀਟ ਹੋ ਰਹੇ ਨੇ ਇੱਕ ਤੋਂ ਵੱਧ ਵਾਰ ਆ ਰਹੇ ਨੇ ਇੱਕ ਵਾਰ ਲਿਖ ਲਓ। ਬਟ ਇੰਟਰਸੈਕਸ਼ਨ ਚ ਕਹਿੰਦੇ ਕੀ ਆਪਾਂ ਲੈਣਾ ਉਹ ਐਲੀਮੈਂਟ ਲੈਣੇ ਜਿਹੜੇ ਦੋਨਾਂ ਦੇ ਵਿੱਚ ਹੀ ਆ ਰਹੇ ਨੇ, ਦੂਜੇ ਐਲੀਮੈਂਟ ਨਹੀਂ ਲੈਣੇ। ਐਗਜ਼ਾਮਪਲ ਆਪਾਂ ਕਰਦੇ ਦੇਖੋ, ਮੰਨ ਲਓ ਸਾਡੇ ਕੋਲ A ਸੈਟ ਆ 1 2 3 ਐਲੀਮੈਂਟ, B ਸਾਡੇ ਕੋਲ ਸੈਟ ਆ 3 4 ਤੇ 5 ਐਲੀਮੈਂਟ। ਹੁਣ ਦੋਨਾਂ ਦੀ ਇੰਟਰਸੈਕਸ਼ਨ ਬੇਟਾ ਡਿਨੋਟ ਕਰਦੇ ਆ U ਨੂੰ ਪੁੱਠਾ ਕਰ ਦਿਓ, ਬਸ U ਉਹਨੂੰ ਪੁੱਠਾ ਕਰ ਦਿਓ, ਉਹ ਇੰਟਰਸੈਕਸ਼ਨ ਦਾ ਸਾਈਨ ਹੁੰਦਾ। A ਇੰਟਰਸੈਕਸ਼ਨ B ਉਹ ਚ ਐਲੀਮੈਂਟ ਕਿਹੜੇ ਆਉਣਗੇ A ਤੇ B ਦੀ ਇੰਟਰਸੈਕਸ਼ਨ ਦੇ ਵਿੱਚ ਆਪਾਂ ਉਹ ਐਲੀਮੈਂਟ ਲੈਣੇ ਜਿਹੜੇ A ਵਿੱਚ ਵੀ ਨੇ ਤੇ B ਵਿੱਚ ਜਿਹੜੇ ਦੋਨਾਂ ਵਿੱਚ ਆ ਰਹੇ ਨੇ, ਮਤਲਬ ਕਾਮਨ ਐਲੀਮੈਂਟ ਲੈਣੇ ਹੁੰਦੇ ਆ। ਹੁਣ A ਦੇ ਵਿੱਚ ਐਲੀਮੈਂਟ ਕਿਹੜਾ ਜਿਹੜਾ B ਵਿੱਚ ਵੀ ਆ ਰਿਹਾ 1 2 ਤੇ A ਵਿੱਚ ਆ B ਚ ਨਹੀਂ ਹੈਗੇ। ਹਾਂ 3 ਐਲੀਮੈਂਟ ਆ ਜਿਹੜਾ A ਵਿੱਚ ਵੀ ਹੈਗਾ ਤੇ B ਵਿੱਚ ਵੀ ਹੈਗਾ। ਇਹਦਾ ਮਤਲਬ ਹੈ ਦੋਨਾਂ ਦੀ ਇੰਟਰਸੈਕਸ਼ਨ ਚ ਐਲੀਮੈਂਟ ਕਿਹੜਾ ਆ ਜਾਏਗਾ 3 ਆ ਜਾਏਗਾ। क्लीयर। और कोई सैट ले लो, E साडे कोल सैट हैगा मान लो A ते B ते C, F मेरे कोल सैट हैगा A C ते D। हुण इन्हां दोनां दी इंटरसैक्शन दे विच A इंटरसैक्शन E इंटरसैक्शन F दो सैट दी इंटरसैक्शन च किहड़े एलिमेंट बेटा आउणे आ ਜਿਹੜੇ ਦੋਨਾਂ ਦੇ ਵਿੱਚ ਆ ਰਹੇ ਨੇ, ਜਿਹੜਾ E ਵਿੱਚ ਵੀ ਹੋਏ ਤੇ F ਵਿੱਚ ਵੀ ਹੋਏ। ਹੁਣ E ਵਿੱਚ ਵੀ ਤੇ F ਚ ਕਿਹੜੇ ਐਲੀਮੈਂਟ ਨੇ A ਦੋਨਾਂ ਚ ਆ, B ਦੋਨਾਂ ਚ ਨਹੀਂ ਆ, C ਦੋਨਾਂ ਚ ਆ। ਫਿਰ ਇਹ ਚ ਕਿਹੜੇ ਐਲੀਮੈਂਟ ਬੇਟਾ ਆ ਜਾਣਗੇ A, C, ਕਿਉਂਕਿ D F ਵਿੱਚ ਹੈਗਾ E ਵਿੱਚ ਨਹੀਂ ਹੈਗਾ। ਕਲੀਅਰ। ਇੰਟਰਸੈਕਸ਼ਨ ਚ ਅਸੀਂ ਉਹ ਐਲੀਮੈਂਟ ਲੈਣੇ ਦੋ ਜਾਂ ਦੋ ਤੋਂ ਵੱਧ ਸੈਟ ਇੰਟਰਸੈਕਸ਼ਨ ਹੋਏ ਉਹ ਐਲੀਮੈਂਟ ਲੈਣੇ ਜਿਹੜੇ ਸਾਰਿਆਂ ਦੇ ਵਿੱਚ ਆ ਰਹੇ ਹੋਣ, ਜਿਹੜੇ ਸਾਰਿਆਂ ਚ ਕਾਮਨ ਆ ਰਹੇ ਆ ਉਹ ਉਹਨਾਂ ਸੈਟ ਦੀ ਇੰਟਰਸੈਕਸ਼ਨ ਚ ਐਲੀਮੈਂਟ ਆਉਂਦੇ ਆ। ਸਿੰਬੋਲਿਕਲੀ ਆਪਾਂ ਕਿਵੇਂ ਲਿਖਾਂਗੇ ਇਹਨਾਂ ਨੂੰ A ਇੰਟਰਸੈਕਸ਼ਨ B ਦੇ ਵਿੱਚ ਐਲੀਮੈਂਟ ਆਉਣਗੇ X ਟਾਈਪ ਸੱਚ ਦੈਟ ਉਹ X ਜਿਹੜਾ A ਨੂੰ ਬਿਲੋਂਗ ਵੀ ਕਰਦਾ ਹੋਏ, X belongs to A and X belongs to B। ਦੋ ਸੈਟ ਦੀ ਇੰਟਰਸੈਕਸ਼ਨ ਚ ਉਹ ਐਲੀਮੈਂਟ ਆਉਣਗੇ ਜੋ A ਵਿੱਚ ਵੀ ਨੇ ਐਂਡ ਵਿੱਚ ਜੋ ਔਰ ਆ ਜਾਂਦਾ ਨਾ, ਔਰ ਦਾ ਮਤਲਬ ਹੁੰਦਾ ਕਿ ਚਾਹੇ A ਚ ਹੋਏ ਚਾਹੇ B ਚ ਹੋਏ ਕੋਈ ਪ੍ਰੋਬਲਮ ਨਹੀਂ, ਆਪਾਂ ਸਾਰੇ ਲੈ ਲੈਣੇ ਹੁੰਦੇ ਆ। ਬਟ ਐਂਡ ਦਾ ਮਤਲਬ ਕਿ ਉਹੀ ਲੈਣੇ ਆ ਜਿਹੜੇ A ਵਿੱਚ ਵੀ ਨੇ ਐਂਡ B ਦੋਨਾਂ ਦੇ ਵਿੱਚ ਹੈਗੇ ਆ। ਕਲੀਅਰ। ਤੇ ਇਹ ਸੀ ਸਾਡਾ ਬੱਚੇ ਇੰਟਰਸੈਕਸ਼ਨ ਆਫ ਟੂ ਸੈਟਸ ਜੋ ਸੈਕਿੰਡ ਆਪਰੇਸ਼ਨ ਸੀ। ਅੱਛਾ ਇੱਕ ਛੋਟੀ ਜਿਹੀ ਐਗਜ਼ਾਮਪਲ ਮੇਰੇ ਮਾਈਂਡ 'ਚ ਆਈ, ਆਪਾਂ ਹੁਣ ਡਿਸਕਸ ਥੋੜਾ ਕਰੀਏ। ਮੰਨ ਲਓ ਮੇਰੇ ਕੋਲ ਇੱਥੇ EF ਹੋ ਗਿਆ, C ਮੰਨ ਲਓ ਸੈਟ ਹੈਗਾ ਜਿਸ ਐਲੀਮੈਂਟ ਨੇ 1 2 ਤੇ 3। ਮੰਨ ਲਓ D ਸੈਟ ਆ ਉਹ ਚ ਐਲੀਮੈਂਟ ਨੇ 4 ਤੇ 5। ਅੱਛਾ ਹੁਣ ਦੇਖੋ C ਤੇ D ਇਹਨਾਂ ਦੋਨਾਂ ਦੀ ਜੇ ਮੈਂ ਇੰਟਰਸੈਕਸ਼ਨ ਲਵਾਂ, ਅਸੀਂ ਆਖਿਆ ਕਿ ਦੋ ਸੈਟ ਦੀ ਇੰਟਰਸੈਕਸ਼ਨ ਚ ਐਲੀਮੈਂਟ ਕਿਹੜੇ ਆਉਂਦੇ ਆ ਉਹ ਐਲੀਮੈਂਟ ਜਿਹੜੇ ਦੋਨਾਂ ਦੇ ਵਿੱਚ ਹੀ ਹੋਣ। ਹੁਣ ਦੱਸੋ ਕਿ ਕੋਈ C ਤੇ D ਦੇ ਵਿੱਚ ਦੇਖੋ ਕੋਈ ਇਦਾਂ ਦਾ ਐਲੀਮੈਂਟ ਹੈ ਦੋਨਾਂ ਵਿੱਚ ਹੀ ਆ। C ਚ ਐਲੀਮੈਂਟ ਹੈ 1 2 3, D ਚ 4 5। ਇੱਥੇ ਕੋਈ ਵੀ ਐਲੀਮੈਂਟ ਦੋਨਾਂ ਚ ਸਾਂਝਾ ਨਹੀਂ ਹੈਗਾ। ਜੇ ਕੋਈ ਐਲੀਮੈਂਟ ਸਾਂਝਾ ਨਾ ਹੋਏ ਦੈਨ ਉਹਨਾਂ ਦੋ ਸੈਟ ਦੀ ਇੰਟਰਸੈਕਸ਼ਨ ਸਾਡੇ ਕੋਲ ਫਿਰ ਕੀ ਆਉਂਦੀ ਆ ਐਮਪਟੀ ਸੈਟ ਆਉਂਦੀ। ਉਹਨੂੰ ਇਦਾਂ ਵੀ ਲਿਖਾਂਗੇ ਕਿ ਕੋਈ ਐਲੀਮੈਂਟ ਨਹੀਂ ਆਏਗਾ ਸਾਡੀ ਇੰਟਰਸੈਕਸ਼ਨ ਚ, ਜਾਂ ਨੂੰ ਅਸੀਂ ਐਮਪਟੀ ਸੈਟ ਨੂੰ ਕਾਹਦੇ ਨਾਲ ਡਿਨੋਟ ਕਰਦੇ ਆ 5 ਦੇ ਨਾਲ। ਕਲੀਅਰ। ਜੇ ਇੰਟਰਸੈਕਸ਼ਨ ਚ ਦੋ ਸੈਟ ਇੰਟਰਸੈਕਸ਼ਨ ਚ ਕੋਈ ਐਲੀਮੈਂਟ ਕਾਮਨ ਨਹੀਂ ਹੈਗਾ ਤੇ ਇੰਟਰਸੈਕਸ਼ਨ ਚ ਕੋਈ ਸਾਡੇ ਕੋਲ ਐਲੀਮੈਂਟ ਨਹੀਂ ਆਉਣਾ, ਜੇ ਕੋਈ ਨਹੀਂ ਆਉਣਾ ਤਾਂ ਮਤਲਬ ਹੈ ਇੰਟਰਸੈਕਸ਼ਨ ਵਾਲਾ ਸੈਟ ਸਾਡਾ ਕੀ ਹੋ ਗਿਆ ਐਮਪਟੀ ਸੈਟ ਹੋ ਗਿਆ। ਕਲੀਅਰ। ਤੇ ਇਦਾਂ ਦੇ ਦੋ ਸੈਟ ਜਿਨ੍ਹਾਂ ਦੀ ਇੰਟਰਸੈਕਸ਼ਨ ਕੀ ਹੁੰਦੀ ਆ 5 ਹੁੰਦੀ ਆ, ਜਿਨ੍ਹਾਂ ਦੇ ਵਿੱਚ ਕੁਝ ਵੀ ਕਾਮਨ ਨਹੀਂ ਆ ਰਿਹਾ ਹੁੰਦਾ ਉਹਨਾਂ ਸੈਟ ਨੂੰ ਅਸੀਂ ਕੀ ਨਾਮ ਦਿੰਨੇ ਆ ਡਿਸਜੋਇੰਟ ਸੈਟ। ਡਿਸਜੋਇੰਟ ਸੈਟ।
ठीक है। एक नैक्सट लगा लो कि ਅਸੀਂ एक नैक्सट टाइप ही दो सैट की कर रहे हैं कि ਉਹ इंटरसैक्शन ਨਾਲ रिलेटेड ਤਾਂ ਕਰਕੇ मैं ਇੱਥੇ ਤੁਹਾਨੂੰ ਇੱਥੇ ਸਮਝਾ ਰਿਹਾ कि जे मान लो दो सैट की इंटरसैक्शन फाई आ जाए, मान लो A ते B दो सैट की इंटरसैक्शन फाई कि दोनों दे विच कोई भी एलिमेंट कॉमन ना हो, इंटरसैक्शन फाई आ जाएगी, इंटरसैक्शन फाई आ, ਇਹਦਾ मतलब A एंड B ਨੂੰ ਆਪਾਂ ਕੀ ਨਾਮ ਦਵਾਂਗੇ आर डिसजॉइंट सैट, डिसजॉइंट सैट ਦਾ ਨਾਮ ਦਵਾਂਗੇ। क्लीयर जी। ਕਿਹੜੇ ਸੈਟ ਦੋ ਸੈਟ ਜਾਂ डिसजॉइंट ਹੋਣਗੇ ਜਿਨ੍ਹਾਂ ਦੇ ਵਿੱਚ ਕੁਝ ਵੀ ਕਾਮਨ ਨਹੀਂ। ਜੁਆਇੰਟ ਦਾ ਮਤਲਬ ਹੁੰਦਾ ਜੁੜੇ ਹੋਏ, ਡਿਸਜੁਆਇੰਟ ਮਤਲਬ ਜਿਹੜੇ ਵੱਖਰੇ ਨੇ। ਉਹ ਦੋ ਸੈਟ ਜਿਨ੍ਹਾਂ 'ਚ ਕੁਝ ਵੀ ਕਾਮਨ ਨਹੀਂ ਹੈਗਾ ਉਹਨੂੰ ਕੀ ਨਾਮ ਦਿੰਦੇ ਅਸੀਂ ਡਿਸਜੁਆਇੰਟ ਦਾ, ਤੇ ਉਹਨਾਂ ਦੀ ਇੰਟਰਸੈਕਸ਼ਨ ਕੀ ਹੋਏਗੀ ਐਮਪਟੀ, ਮਤਲਬ ਫਾਈ ਦੇ ਇਕੁਅਲ ਹੋਏਗੀ। ਕਲੀਅਰ। ਨੈਕਸਟ ਅਸੀਂ ਆਪਣਾ ਆਪਰੇਸ਼ਨ ਜੋ ਡਿਸਕਸ ਕਰਦੇ ਹਾਂ। ਨੈਕਸਟ ਥਰਡ ਡਾਇਰੈਕਟ ਟਾਈਪ ਹੈ ਜੀ ਡਿਫਰੈਂਸ ਆਫ ਟੂ ਸੈਟਸ। दो सैट के विचकार डिफरेंस वैसे आप गल करते जो माइनस साडे दिमाग च आउंदा है, कुछ इदां दा ही इहदे विच भी ऑपरेशन हैगा आ। पहले डेफिनेशन पढ़ते हैं फिर समझ एग्जांपल नाल। कहंदे A ते B साडे कोल दो सैट ने, दैन डिफरेंस ऑफ सैट A एंड B इज द सैट कंसिस्ट ऑफ दोज एलिमेंट ऑफ A which are not in B। आपां इहनूं एक एग्जांपल नाल समझदे हां तां ज़्यादा क्लीयर होएगा डेफिनेशन दे नालों। मान लो कहंदे A सैट आ जिस एलिमेंट है 1 2 3 ते 4, एक B साडे कोल सैट आ जिहड़े एलिमेंट मान लो है 3 4 7 ते 8। मैं जी डिफरेंस लेना A दा B नाल, डिफरेंस ऑफ सैट फाइंड करना A ते B ਨੂੰ ਕਿਵੇਂ ਡਿਨੋਟ ਕਰਾਂਗਾ मैं A डिफरेंस ਨੂੰ बेटा माइनस नाल ही डिनोट करदे थे, माइनस नाल। ਇਹਨੂੰ ਬੋਲਾਂਗੀ डिफरेंस ऑफ सैट A एंड B की आएगा। ਅਸੀਂ ਜੇ A ਦਾ B ਨਾਲ ਡਿਫਰੈਂਸ ਲੈ ਰਹੇ ਹਾਂ, ਉਹ ਸੈੱਟ ਲੈ ਰਹੇ ਜੋ ਪਿੱਛੇ ਕਿਹੜੇ ਐਲੀਮੈਂਟ ਆਉਣੇ ਆ, ਸਾਰੇ ਐਲੀਮੈਂਟ ਆਉਣਗੇ A ਸੈੱਟ ਦੇ। ਕਿਹੜੇ ਐਲੀਮੈਂਟ ਆਉਣਗੇ, ਉਹ ਸਾਰੇ ਆਉਣਗੇ ਜਿਹੜੇ B ਦੇ ਨਾਲ ਸਾਂਝੇ ਨਹੀਂ ਹੈਗੇ। ਮਤਲਬ ਇਹ ਇੱਕ ਹੋਰ ਸੌਖੇ ਤਰੀਕੇ ਨਾਲ ਦੱਸਾਂ, ਤੁਸੀਂ ਕੀ ਕਰਨਾ, ਜੇ A B ਆਪਾਂ ਸੈੱਟ ਲੈ ਡਿਫਰੈਂਸ ਸੈੱਟ A ਦਾ B ਨਾਲ ਲੈ ਰਹੇ ਹਾਂ, A ਦੇ ਉਹ ਸਾਰੇ ਐਲੀਮੈਂਟ ਲੈ ਲਓ, बस वो ना लो जेडे एलिमेंट B नाल की हैगे ने सांझे ने। हुण देखो A दे एलिमेंट की टोटल कितने ने 1 2 3 4, ए चो ओ वेख लो किहड़े एलिमेंट B नाल सांझे ने, उन्हां नूं की कर देंगे असीं डिलीट कर देंगे। मतलब ये कि A दे विचों B दे एलिमेंट की कर देंगे असीं माइनस, ते माइनस एलिमेंट ओही करांगे, हटावांगे ओही एलिमेंट जेडे दोनां विच की होणगे सांझे, क्योंकि जेडे कल्ले A विच ने ਉਹਦਾ ਤੇ B ਨੂੰ ਕੋਈ ਵੀ ਇਫੈਕਟ ਜਿਹੜਾ ਆ ਉਹ ਨਹੀਂ ਕਰੂਗੀ, ਸਿਰਫ ਉਹੀ ਐਲੀਮੈਂਟ ਆਪਾਂ ਇੱਥੇ ਹਟਾਵਾਂਗੇ ਜਿਹੜੇ B ਨਾਲ ਕੀ ਨੇ ਸਾਂਝੇ ਨੇ। ਮਤਲਬ ਇਹ ਕਿ A ਦੇ ਵਿੱਚੋਂ ਮਾਈਨਸ ਕਰ ਦਿਓ, ਹਟਾ ਦਿਓ ਉਹ ਐਲੀਮੈਂਟ B ਦੇ ਜਿਹੜੇ A ਨਾਲ ਕੀ ਸਾਂਝੇ ਨੇ। ਕਿਹੜੇ ਸਾਂਝੇ ਐਲੀਮੈਂਟ ਨੇ 3 ਤੇ 4 A ਵਿੱਚ ਵੀ ਹੈਗਾ, 3 ਤੇ 4 B ਵਿੱਚ ਵੀ ਹੈਗਾ। ਠੀਕ ਹੈ, ਇਹਦਾ ਮਤਲਬ ਅਸੀਂ ਸਿਰਫ 3 ਤੇ 4 ਐਲੀਮੈਂਟ ਨਹੀਂ ਲਿਖਣਾ ਹੈ, ਬਾਕੀ ਸਾਰੇ ਐਲੀਮੈਂਟ A ਦੇ ਲਿਖ ਦਾਂਗੇ। ਕਿਹੜੇ ਆ ਗਏ 1 ਤੇ 2। ਇਸ ਕਰਕੇ ਡਿਫਰੈਂਸ ਆਫ ਸੈਟ टू सैट दे विच एलिमेंट किहड़े आउणगे, जे मान डिफरेंस असीं A दा B नाल ले रहे हां ते A B नाल डिनोट करांगे। ਉਹ ਚ ਕਿਹੜੇ ਐਲੀਮੈਂਟ ਆਉਣਗੇ, ਓਨਲੀ A ਦੇ ਐਲੀਮੈਂਟ ਹੀ ਆਉਣਗੇ। ਕਿਹੜੇ, ਜਿਹੜੇ B ਨਾਲ ਸਾਂਝੇ ਨਹੀਂ ਹੈਗੇ। ਆਪਾਂ A ਚੋਂ ਉਹ ਸਾਰੇ ਐਲੀਮੈਂਟ ਹਟਾ ਦਾਂਗੇ ਜਿਹੜੇ B ਨਾਲ ਸਾਂਝੇ ਨੇ, ਬਾਕੀ ਜੋ ਬਚਦੇ ਐਲੀਮੈਂਟ ਹੈ ਉਹ ਸਾਡੇ ਆਣਗੇ A B ਦੇ ਵਿੱਚ। ਕਲੀਅਰ। ਇੱਕ ਹੋਰ ਆਪਾਂ ਐਗਜ਼ਾਮਪਲ ਨਾਲ ਇੱਥੇ ਗੱਲ ਸਮਝਦੇ ਹਾਂ। ਮੰਨ ਲਓ ਸਾਡੇ ਕੋਲ E ਸੈੱਟ ਹੈਗਾ, ਐਲੀਮੈਂਟ ਨੇ A B ਤੇ C। F ਸਾਡੇ ਕੋਲ ਸੈੱਟ ਹੈਗਾ, ਐਲੀਮੈਂਟ ਮੰਨ ਲਓ ਹੈਗਾ ਇੱਥੇ ਸਾਡੇ ਕੋਲ C D ਤੇ E। ਹੁਣ ਦੇਖੋ ਜੇ ਮੈਂ E F ਲੈਣਾ, E F ਲਵਾਂਗਾ ਕੀ ਆਊਗਾ, ਅਸੀਂ E ਦੇ ਉਹ ਸਾਰੇ ਐਲੀਮੈਂਟ ਲਵਾਂਗੇ, ਬਸ ਕਿਹੜੇ ਐਲੀਮੈਂਟ ਨਹੀਂ ਲੈਣੇ ਜਿਹੜੇ F ਨਾਲ ਕੀ ਆ ਸਾਂਝੇ ਆ। ਠੀਕ ਹੈ, E ਦੇ ਸਾਰੇ ਐਲੀਮੈਂਟ ਲਵਾਂਗੇ, ਬਸ ਜਿਹੜੇ F ਨਾਲ ਸਾਂਝੇ ਉਹਨਾਂ ਨੂੰ ਅਸੀਂ ਵਿੱਚੋਂ ਹਟਾ ਦਾਂਗੇ। ਕਿਹੜੇ ਐਲੀਮੈਂਟ F ਨਾਲ ਸਾਂਝੇ ਆ C ਤੇ C, ਬਾਕੀ A B ਤੇ ਕੱਲਾ E ਵਿੱਚ F ਵਿੱਚ ਨਹੀਂ ਹੈਗਾ। ਇਟ ਮੀਨਸ E F ਫਿਰ ਕਿਹਦੇ ਕੋਲ ਆ ਜਾਏਗਾ A, B ਦੇ ਇਕੁਅਲ ਹੀ ਆ ਜਾਊਗਾ। ਕਲੀਅਰ ਜੀ। ਅੱਛਾ ਇੱਥੇ ਦੇਖੋ ਜੀ A B ਮੈਂ ਕੀਤਾ, ਜੇ ਮੰਨ ਲਓ B A ਮੈਂ ਕਰਦਾ ਹਾਂ, ਕਿਉਂਕਿ ਡਿਫਰੈਂਸ ਆਫ ਸੂਟ ਸੈਟ ਜਿੱਦਾਂ ਮਰਜ਼ੀ ਲੈ ਸਕਦੇ ਆ। A B ਵਿੱਚ ਕਿਹਾ ਮੈਂ ਕੱਲੇ A ਦੇ ਐਲੀਮੈਂਟ ਲਵਾਂਗਾ, B ਵਾਲੇ ਐਲੀਮੈਂਟ ਜਿਹੜੇ A ਵਿੱਚ ਆ ਰਹੇ ਆ ਉਹ ਹਟਾ ਦਾਂਗਾ। ਤੇ B A ਆ, ਇਹਦਾ ਵੀ ਇਦਾਂ ਹੀ B A ਵਿੱਚ ਕੀ ਹੋਏਗਾ, ਮੈਂ ਸਿਰਫ B ਦੇ ਐਲੀਮੈਂਟ ਹੀ ਲਵਾਂਗਾ, ਜਿਹੜੇ ਐਲੀਮੈਂਟ A ਨਾਲ ਸਾਂਝੇ ਆ ਰਹੇ ਆ B 'ਚ ਮੈਂ ਉਹਨਾਂ ਨੂੰ ਹਟਾ ਦਾਂਗਾ।
मैं एलीमेंट ਜਿਹੜਾ ਪਹਿਲੇ ਨੰਬਰ ਤੇ ਸੈੱਟ ਹੁੰਦਾ ਸੀ ਉਹਦੇ ਹੀ ਐਲੀਮੈਂਟ ਸਾਰੇ ਲੈਣੇ ਹੁੰਦੇ ਆ, ਬਸ ਉਹ ਐਲੀਮੈਂਟ ਨਹੀਂ ਲੈਣੇ ਜਿਹੜੇ ਦੂਜੇ ਸੈੱਟ ਨਾਲ ਕੀ ਹੈਗੇ ਕਾਮਨ ਨੇ। ਤੇ B ਦੇ ਐਲੀਮੈਂਟ ਸਾਰੇ ਲਓ, ਬਸ ਉਹ ਐਲੀਮੈਂਟ ਨਾ ਲਓ ਜਿਹੜੇ A ਨਾਲ ਕਾਮਨ ਨੇ। A ਨਾਲ ਕੀ ਆ 3 4 ਹੀ ਕਾਮਨ ਹੈ, 3 4 ਨਹੀਂ ਲਵਾਂਗੇ, ਬਾਕੀ ਸਾਰੇ ਐਲੀਮੈਂਟ ਅਸੀਂ ਦੋ ਸੈੱਟ ਦੇ ਲੈ ਲਾਂਗੇ। ਕਲੀਅਰ ਜੀ? ਠੀਕ ਹੈ। ਹੁਣ ਸਿੰਬੋਲਿਕਲੀ ਆਪਾਂ ਅੱਗੇ ਨੂੰ ਲਿਖਦੇ ਹਾਂ, ਡਿਫਰੈਂਸ ਆਫ ਸੈਟ A B ਐਲੀਮੈਂਟ ਕੀ ਹੋਣਗੇ X ਟਾਈਪ, ਉਹ ਕਿਹੜੇ X ਜਿਹੜੇ A ਨੂੰ ਬਿਲੋਂਗ ਤੇ ਕਰਦੇ ਪਏ ਆ, B ਨੂੰ ਬਿਲੋਂਗ ਨਾ ਕਰਦੇ ਹੋਣ। ਅਸੀਂ ਉਹ ਸਾਰੇ ਐਲੀਮੈਂਟ ਲਵਾਂਗੇ ਜਿਹੜੇ ਸਿਰਫ ਕੱਲੇ ਕੀ ਆ A ਵਿੱਚ ਹੀ ਹੈਗੇ, ਜਿਹੜੇ B ਵਿੱਚ ਐਲੀਮੈਂਟ ਹੋਣਗੇ ਆਪਾਂ ਉਹਨਾਂ ਨੂੰ ਨਹੀਂ ਲੈਣੇ, ਜਿਹੜੇ ਦੋਨਾਂ ਚ ਕਾਮਨ ਉਹ ਨਹੀਂ ਲੈਣੇ। ਸਿਰਫ ਕਿਹੜੇ ਐਲੀਮੈਂਟ ਆਪਾਂ ਨੂੰ ਮਾਈਨਸ ਵਿੱਚ ਆਉਣਗੇ, ਉਹ ਐਲੀਮੈਂਟ ਜਿਹੜੇ A ਨੂੰ ਬਿਲੋਂਗ ਤੇ ਕਰਦੇ ਪਏ ਆ ਐਂਡ B ਨੂੰ ਬਿਲੋਂਗ ਨਹੀਂ ਕਰਦੇ ਪਏ। ਠੀਕ ਆ, ਜਿਹੜੇ B ਨੂੰ ਬਿਲੋਂਗ ਕਰਦੇ ਹੋਣਗੇ A ਨੂੰ ਵੀ ਕਰਦੇ ਹੋਣਗੇ, ਆਪਾਂ ਉਹ ਹਟਾ ਦੇਣੇ, ਸਿਰਫ A ਦੇ ਐਲੀਮੈਂਟ ਹੀ ਲੈਣੇ, ਉਹ ਜਿਹੜੇ ਕੱਲੇ A ਵਿੱਚ ਹੀ ਨੇ B ਵਿੱਚ ਨਹੀਂ ਹੈਗੇ। ਕਲੀਅਰ ਜੀ? ਅੱਗੇ ਅਸੀਂ ਆਪਣੀ ਐਕਸਰਸਾਈਜ਼ ਨੂੰ ਸਟਾਰਟ ਕਰਦੇ ਬੇਟਾ। ਐਕਸਰਸਾਈਜ਼ 1.4 ਤੇ ਜਿੰਨੇ ਆਪਰੇਸ਼ਨ ਅਸੀਂ ਕੀਤੇ ਆ 3 ਉਹਨਾਂ ਦੇ ਰਿਲੇਟਡ ਹੀ ਸਾਡੇ ਸਾਰੇ ਐਕਸਰਸਾਈਜ਼ ਦੇ ਸਮਝ ਨੇ, ਤੇ ਪਲੱਸ ਡਿਸਜੋਇੰਟ ਸੈੱਟ ਵਾਲੀ ਟਾਈਪ ਆ ਉਹਨੂੰ ਵੀ ਲੈ ਕੇ। ਠੀਕ ਹੈ, ਤੇ ਆਪਾਂ 1 ਬਾय 1 ਹਰ ਇੱਕ ਟਾਈਪ ਦੇ ਸਮ ਡਿਸਕਸ ਕਰਾਂਗੇ। ਹੁਣ ਨੈਕਸਟ ਸਟਾਰਟ ਕਰਦੇ ਜੀ ਆਪਣੀ ਫਰਸਟ ਸਮ ਤੋਂ। ਕਿਉਂਕਿ ਬੇਟਾ ਫਰਸਟ ਸਮ ਦੇ ਵਿੱਚ ਉਹਨਾਂ ਨੇ ਕਿਹਾ ਜਿੰਨੇ ਵੀ ਸਾਡੇ ਸਬ ਪਾਰਟਸ ਨੇ ਉਹਨਾਂ ਸਾਰਿਆਂ ਦਾ ਕਿਹਾ ਕਿ ਯੂਨੀਅਨ ਫਾਈਂਡ ਕਰੋ, ਤੇ 5th ਨੰਬਰ ਜਿਹੜਾ ਸਮ ਹੈ ਨਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਫਸਟ ਵਿੱਚ ਤੁਸੀਂ ਯੂਨੀਅਨ ਫਾਈਂਡ ਕੀਤਾ ਨਾ ਉਹਨਾਂ ਸਾਰਿਆਂ ਦਾ ਤੁਸੀਂ ਹੁਣ ਇੰਟਰਸੈਕਸ਼ਨ ਵੀ ਫਾਈਂਡ ਕਰੋ। ਇਸ ਕਰਕੇ ਮੈਂ ਫਸਟ ਤੇ 5th ਸਮ ਨੂੰ ਇਕੱਠਿਆਂ ਕਰਵਾ ਰਿਹਾ। ਇੱਕ ਪਾਸੇ ਫਸਟ ਦੇ ਮੈਂ 3 ਸਬ ਪਾਰਟ ਲੈਣੇ, ਉਹਨਾਂ ਦਾ ਯੂਨੀਅਨ ਲਵਾਂਗਾ, ਦੂਜੇ ਪਾਸੇ ਉਹਨਾਂ ਦਾ ਹੀ ਮੈਂ ਇੰਟਰਸੈਕਸ਼ਨ ਫਾਈਂਡ ਕਰਾਂਗਾ। ਠੀਕ ਹੈ, ਬਾਕੀ ਜਿਹੜੇ ਮੈਂ ਸਬ ਪਾਰਟ ਨਹੀਂ ਲਏ ਉਹਦੀ ਖੁਦ ਸੋਲਵ ਕਰਕੇ ਦੇਖਣਾ। ਅੱਛਾ ਜੀ, ਪਹਿਲਾ ਜੀ x ਕਿੰਨੇ ਸੈੱਟ ਹੈਗਾ 1 3 5, y ਹੈਗਾ 1 2 3, ਯੂਨੀਅਨ ਫਾਈਂਡ ਕਰੋ ਜੀ। x ਯੂਨੀਅਨ y, ਦੋ ਸੈੱਟ ਦੀ ਯੂਨੀਅਨ ਕੀ ਹੁੰਦੀ ਹੈ ਜੀ, ਦੋਨਾਂ ਦੇ ਐਲੀਮੈਂਟ ਲਿਖਦੇ ਜੀ ਆਪਾਂ। x ਦੇ ਐਲੀਮੈਂਟ ਆਉਣਗੇ 1 3 5, y ਦੇ ਵੀ ਐਲੀਮੈਂਟ ਸਾਰੇ ਲਿਖਾਂਗੇ, ਜਿਹੜੇ ਆਲਰੇਡੀ ਲਿਖ ਚੁੱਕੇ ਆ ਉਹਨੂੰ ਅਸੀਂ ਨਹੀਂ ਲਿਖਣਾ। ਜਿਵੇਂ ਹੁਣ 1 2 1 ਆਲਰੇਡੀ ਲਿਖਿਆ ਗਿਆ, 2 ਨਹੀਂ ਲਿਖਿਆ 2 ਲਿਖ ਦਿੰਦੇ ਆ, 3 ਵੀ ਆਲਰੇਡੀ ਹੈਗਾ ਉਹ ਵੀ ਆਲਰੇਡੀ ਲਿਖਿਆ ਹੀ ਗਿਆ ਹੈ। ਠੀਕ ਹੈ, ਇਹ ਐਡ ਕਰਾ ਗਏ ਜੀ x ਯੂਨੀਅਨ y, ਦੋਨਾਂ ਸੈੱਟ ਦੇ ਐਲੀਮੈਂਟ ਲਿਖ ਦਿੰਦੇ ਆ। ਠੀਕ ਹੈ, ਉਹ ਵੀ ਲਿਖਾਂਗੇ, ਦੋਨਾਂ ਚ ਕਾਮਨ ਵੀ ਹੈਗੇ, ਬਟ ਲਿਖਣਾ ਆਪਾਂ ਕਿ ਉਹਨਾਂ ਨੂੰ ਇੱਕ ਵਾਰ ਹੀ ਹੁੰਦਾ। ਠੀਕ ਹੈ ਜੀ। ਨੈਕਸਟ ਜੀ A ਸੈੱਟ, ਕਹਿੰਦੇ x ਇਜ਼ ਨੈਚੁਰਲ ਨੰਬਰ ਐਂਡ ਮਲਟੀਪਲ ਆਫ 3, ਫਿਰ A ਸੈੱਟ ਦੇ ਐਲੀਮੈਂਟ ਕਿੱਦਾਂ ਦੇ ਆਉਣਗੇ ਜੀ, ਨੈਚੁਰਲ ਨੰਬਰ 3 ਦੇ ਮਲਟੀਪਲ ਨੇ, ਤੇ 3 ਦੇ ਮਲਟੀਪਲ ਕਿਹੜੇ ਕਿਹੜੇ ਹੋਣਗੇ ਸਾਡੇ ਕੋਲ ਜੀ, 3 6 9 12 15 ਤੇ 100 ਚੱਲਦੇ ਹੀ ਜਾਣਗੇ। ਨੈਕਸਟ ਹੈ ਜੀ B ਸੈੱਟ, ਉਹ ਜੀ ਕੀ ਆ ਨੈਚੁਰਲ ਨੰਬਰ ਲੈਸ ਦੈਨ 6, ਉਹ ਕਿਹੜੇ 6 ਤੋਂ ਛੋਟੇ ਕਿਹੜੇ ਕਿਹੜੇ ਹੋਣਗੇ 1 2 3 4 ਤੇ 5। ਹੁਣ ਅਸੀਂ ਇਹਨਾਂ ਦੋਨਾਂ ਦੀ ਕੀ ਫਾਈਂਡ ਕਰਨੀ, ਯੂਨੀਅਨ ਫਾਈਂਡ ਕਰਨੀ ਹੈ। ਉਹ ਸਾਡੇ ਕੋਲ ਕੀ ਆਏਗੀ A ਯੂਨੀਅਨ B, ਦੋਨਾਂ ਹੀ ਸੈੱਟ ਦੇ ਐਲੀਮੈਂਟ ਲਿਖ ਲਵਾਂਗੇ, ਜਿਹੜੇ ਦੋਨਾਂ ਚ ਆ ਰਹੇ ਉਹਨੂੰ ਇੱਕ ਵਾਰ ਲਿਖਾਂਗੇ। ਸਟਾਰਟ ਕਰਦੇ ਦੇਖੋ ਜੀ, ਆ 1 ਤੋਂ ਸਟਾਰਟ ਕਰਦੇ, 1 ਲਿਖਿਆ 2 ਤੇ 3, ਇਹਦਾ ਵੀ 3 ਹੈਗਾ। ਠੀਕ ਹੈ ਜੀ, ਉਸ ਤੋਂ ਬਾਅਦ 4 ਤੇ 5, ਇਹਦੇ ਸਾਰੇ ਐਲੀਮੈਂਟ ਲਿਖ ਲਏ। ਹੁਣ ਇਹਦੇ ਲਿਖਦੇ ਆ ਜੀ 3 ਤੇ ਆਲਰੇਡੀ ਆਪਾਂ ਲਿਖ ਚੁੱਕੇ ਆ, ਬਾਕੀ ਅੱਗੇ ਕੋਈ ਵੀ ਐਲੀਮੈਂਟ ਆਪਾਂ ਨਹੀਂ ਲਿਖਿਆ, ਫਿਰ ਸਾਰੇ ਐਲੀਮੈਂਟ ਅੱਗੇ ਆ ਜਾਣਗੇ 6 9 12 1500 ਔਨ ਚੱਲਦੇ ਜਾਣਗੇ। ਕਲੀਅਰ ਜੀ। ਨੈਕਸਟ ਇੱਕ ਥੱਲੇ ਮੈਂ ਸਟੇਟਮੈਂਟ ਲਿਖੀ ਸੀ, ਮੈਂ ਦੁਬਾਰਾ ਲਿਖ ਦਿੰਦਾ ਇੱਥੇ। ਥਰਡ ਉਹਦੇ ਵਿੱਚ ਸੀ A ਦੇ ਐਲੀਮੈਂਟ ਸੀ 1 2 ਤੇ 3 ਤੇ B ਦੇ ਐਲੀਮੈਂਟ ਸੀ 5, ਮਤਲਬ B ਐਮਪਟੀ ਸੈੱਟ ਸੀ। ਜੇ ਇੱਕ ਸੈੱਟ ਨਾਨ ਐਮਪਟੀ ਹੋਏ, ਨਾਨ ਐਮਪਟੀ ਮਤਲਬ ਐਲੀਮੈਂਟਸ ਨੇ, ਇੱਕ ਵਿੱਚ ਕੋਈ ਐਲੀਮੈਂਟ ਨਹੀਂ ਹੈਗਾ, ਐਮਪਟੀ ਸੈੱਟ ਆ, ਉਹਦੀ ਯੂਨੀਅਨ ਬੇਟਾ ਕਿਹਦੇ ਕੋਲ ਆਏਗੀ, ਦੇਖੋ A ਯੂਨੀਅਨ B। ਆਪਾਂ ਲਿਖਾਂਗੇ ਹੁੰਦਾ A ਯੂਨੀਅਨ B ਵਿੱਚ A ਦੇ ਵੀ ਸਾਰੇ ਐਲੀਮੈਂਟ ਲਿਖਨੇ, B ਦੇ ਵੀ ਸਾਰੇ ਜਿਹੜੇ ਕਾਮਨ ਉਹਨੂੰ ਇੱਕ ਵਾਰ ਲਿਖਣਾ। A ਦੇ ਸਾਰੇ ਲਿਖ ਲਓ 1 2 ਤੇ 3, B ਦੇ ਵੀ ਸਾਰੇ ਲਿਖੋ, ਬਟ B ਵਿੱਚ ਤੇ ਕੋਈ ਐਲੀਮੈਂਟ ਹੀ ਨਹੀਂ ਹੈਗਾ, ਐਲੀਮੈਂਟ ਹੈ ਹੀ ਨਹੀਂ, ਫਿਰ ਲਿਖਾਂਗੇ ਕੀ ਇੱਥੇ ਅਸੀਂ, ਇਹਦਾ ਮਤਲਬ B ਦੇ ਐਮਪਟੀ ਸੈੱਟ ਹੈ, ਕੋਈ ਐਲੀਮੈਂਟ ਨਹੀਂ ਹੈ, ਫਿਰ A ਯੂਨੀਅਨ B ਸਾਡੇ ਕੋਲ ਕਿਹਦੇ ਕੋਲ ਆਏਗੀ 1 2 3 ਦੇ ਇਕੁਅਲ ਆਣਗੇ, ਓਨਲੀ A ਸੈੱਟ ਦੇ ਹੀ ਐਲੀਮੈਂਟ ਆਉਣਗੇ। ਕਲੀਅਰ ਜੀ। ਹੁਣ ਇਹਨਾਂ ਸਾਰਿਆਂ ਦੇ ਅਸੀਂ ਇੱਧਰ ਕਰਦੇ ਇੰਟਰਸੈਕਸ਼ਨ। x ਤੇ y ਸਾਡੇ ਕੋਲ ਸੈੱਟ ਆ, ਪਹਿਲਾ ਇਹਦੀ ਇੰਟਰਸੈਕਸ਼ਨ ਦੇਖੋ, ਇੰਟਰਸੈਕਸ਼ਨ 'ਚ ਕੀ ਆਉਣਾ, ਉਹ ਐਲੀਮੈਂਟ ਤੇ ਦੋਨਾਂ ਦੇ ਵਿੱਚ ਆ ਰਹੇ ਨੇ, ਕਾਮਨ ਐਲੀਮੈਂਟ ਆਪਾਂ ਲਿਖਣੇ ਹੁੰਦੇ ਸੈੱਟ ਵਿੱਚ। ਕਾਮਨ ਕਿਹੜੇ ਕਿਹੜੇ ਨੇ, 1 ਵੀ ਕਾਮਨ ਤੇ 3 ਵੀ ਕਾਮਨ। ਠੀਕ ਹੈ, ਓਨਲੀ ਕਿਹੜੇ ਹੋਣਗੇ ਸਾਡੇ ਕੋਲ 1 3। ਸੈਕਿੰਡ ਆ ਦੇਖੋ ਜੀ, ਹੁਣ A ਇੰਟਰਸੈਕਸ਼ਨ B ਸੈਕਿੰਡ ਵਾਲਾ,
ए विच एलिमेंट किहड़े किहड़े ने 3 6 9 12 15 बी विच किहड़े 1 2 3 4 5 ਉਹ एलिमेंट देखो दोनों विच ही आ रहे हैं 1 एच हैगा एच नहीं है ये भी लिखांगे 2 एच नहीं हैगा 3 दोनों च हैगा एक 3 आ गया उस तो बाद 4 4 एच नहीं हैगा 5 5 एच नहीं उस तो बाद ये साडे एलिमेंट ही खत्म हो गए ਇਹਦਾ मतलब ਇਹਦੇ ਚ 5 ਹੀ एलिमेंट ਸੀ ਇਹਦੇ ਚ बहुत सारे ने बट कॉमन ਤੇ ਕਿਹੜਾ ਇਕੱਲਾ ਹੈਗਾ ਸਾਡੇ ਕੋਲ ਆਇਆ ਸਿਰਫ 3 ਹੀ एलिमेंट कॉमन ਸੀ ਜਿਹੜਾ ਦੋਨਾਂ ਚ ਹੀ ਆ ਰਿਹਾ ਉਹ ਸਾਡੇ ਕੀ ਆ ਗਿਆ ਇੰਟਰਸੈਕਸ਼ਨ ਚ ਆ ਗਿਆ ਨੈਕਸਟ ਦੀ ਥਰਡ ਵਾਲਾ A ਵਿੱਚ ਐਲੀਮੈਂਟ ਨੇ 1 2 ਤੇ 3 B ਐਮਪਟੀ ਸੈਟ ਹੈ ਹੁਣ ਦੋਨਾਂ ਚ ਕਾਮਨ ਕੀ ਹੋਏਗਾ A ਵਿੱਚ 1 2 3 ਐਲੀਮੈਂਟ ਨੇ B ਵਿੱਚ ਕੋਈ ਐਲੀਮੈਂਟ ਹੀ ਹੈ ਨਹੀਂ ਤੇ ਕੁਝ ਵੀ ਕਾਮਨ ਨਹੀਂ ਹੋਇਆ ਫਿਰ ਜੇ ਕੁਝ ਵੀ ਕਾਮਨ ਨਹੀਂ ਆ ਫਿਰ ਇੰਟਰਸੈਕਸ਼ਨ ਸਾਡੇ ਕੋਲ ਕਿਹਦੇ ਕੋਲ ਆ ਜਾਂਦੀ ਆ 5 ਦੇ ਇੰਟਰਸੈਕਸ਼ਨ ਕੀ ਆ ਗਈ ਸਾਡੇ ਕੋਲ ਐਮਪਟੀ ਆ क्लियर जी देखिए नेक्स्ट क्वेश्चन जी क्वेश्चन नंबर सेकंड तो बहुत इजी है खुद कर लेना थर्ड क्वेश्चन देखो आंदे ए ते बी हमारे को मान लो दो सेट ने ते ए बी का क्या है सबसेट दैन ए यूनिट बी किहदे कोल आएगी हुण ना हम कोई सेट दिते ही नहीं हुए ए ते बी सेट गिवन नहीं हैगा बस ये दस्सिया कि ए बी का सबसेट है फिर यूनिट किहदे कोल आएगी हुण तो एक एग्जांपल दे नाल तुहानूं समझाउणा फिर अपने आप तो आंसर इहदा आ जांदे अच्छा ए बी का मैं सबसेट लेना कोई मतलब ए च एलिमेंट है 1 2 ते बी मेरे को सेट है एलिमेंट है 1 2 ते 3 ए बी का सबसेट है ना कि सारे एलिमेंट ए दे बी विच है अच्छा इथे देखो हुण ए यूनियन बी लवांगा ते किहदे कोल आएगी देखो ए दे सारे एलिमेंट आ जाणगे बी दे भी सारे आउणगे ਜਿਹੜੇ ऑलरेडी लिख चुके हैं एक बार लिखना ਆਪਾਂ ਕਾਮਨ ਨੂੰ 1 2 लिख चुके हैं कला की लिखांगे हुण 3 ए दे भी सारे एलिमेंट लिख लिए ਆਪਾਂ बी दे भी सारे एलिमेंट लिख लिए इथे ए की सी बी का सबसेट अच्छा यूनियन देखो हुण किहदे नाल मैच करदी पई आ ए नाल कि बी नाल ਇਹਦਾ मतलब फिर ए यूनियन बी किहदे कोल आएगी बी दे ਜਦੋਂ ਵੀ ਇੱਕ ਦੂਜੇ ਦਾ ਸਬਸੈਟ ਹੋਏ ਤੇ ਯੂਨੀਅਨ ਹਮੇਸ਼ਾ ਕਿਹਦੇ ਕੋਲ ਆਉਂਦੀ ਆ ਸੁਪਰਸੈਟ ਦੇ ਇਕੁਅਲ ਆਉਂਦੀ ਆ ਕਲੀਅਰ ਤੇ ਇਹਦੇ ਉਲਟ ਜੇ ਮੈਂ ਕਹਾਂ ਕਿ A B ਦਾ ਸਬਸੈਟ ਆ ਤੇ ਯੂਨੀਅਨ ਚਲੋ ਸਾਡੇ ਕੋਲ ਆ ਗਈ ਕਿਹਦੇ ਸੁਪਰਸੈਟ ਦੇ ਇਕੁਅਲ B ਦੇ ठीक है ये हो गया साडा फर्स्ट रिजल्ट जेड़ा ਇਹਦਾ आंसर ਆ ਉਹ ਸਾਡੇ ਕੋਲ ਆਹੀ ਹੋਏਗਾ ਕਿ A B ਦਾ ਸਬਸੈਟ ਆ ਤੇ A ਯੂਨੀਅਨ B ਕਿਹਦੇ ਕੋਲ ਆਏਗੀ B ਦੇ ਤੁਸੀਂ ਇੱਕ ਐਗਜ਼ਾਮਪਲ ਦੇ ਨਾਲ ਥੱਲੇ ਸਮਝਾ ਸਕਦੇ ਹੋ ਠੀਕ ਹੈ ਆਪਣੇ ਆਨਸਰ 'ਚ ਆ ਐਗਜ਼ਾਮਪਲ ਵੀ ਦੇ ਸਕਦੇ ਹੋ ਅੱਛਾ ਮੰਨ ਲਓ ਸੈਕਿੰਡ ਰਿਜ਼ਲਟ ਆਪਾਂ ਦੇਖਦੇ ਜੇ A B ਦਾ ਸਬਸੈਟ ਆ ਦੈਨ A ਇੰਟਰਸੈਕਸ਼ਨ B ਕਿਹਦੇ ਕੋਲ ਆਏਗੀ ਫਿਰ ਦੇਖੋ A B ਦਾ ਸਬਸੈਟ ਆ ਇੰਟਰਸੈਕਸ਼ਨ ਲਓ ਇੱਥੇ A ਇੰਟਰਸੈਕਸ਼ਨ B इंटरसेक्शन की आना ही कॉमन एलिमेंट कॉमन किहड़े आ रहे 1 2 ये कितना मैच करता पिया ए दे नाल ਇਹਦਾ मतलब ये कि जे ए बी ਦਾ सबसेट ਆ यूनियन सुपरसेट ਦੇ ਇਕੁਅਲ ਤੇ ਇੰਟਰਸੈਕਸ਼ਨ ਕਿਹਦੇ ਕੋਲ ਹੁੰਦੀ ਸਾਡੇ ਕੋਲ सबसेट ਦੇ ए सबसेट ਹੈਗਾ ਇੰਟਰਸੈਕਸ਼ਨ ਕਿਹਦੇ ਕੋਲ ਆਏਗੀ ए ਦੇ ਵੈਸੇ ਥਰਡ ਕੁਐਸਚਨ ਤੇ ਸਾਡਾ ਆਹੀ ਪੁੱਛਿਆ ਸੀ ਨਾਲ ਇੰਟਰਸੈਕਸ਼ਨ ਵਾਲਾ ਵੀ ਅਸੀਂ ਨਾਲ ਜਿਹੜਾ ਰਿਜ਼ਲਟ ਕਰ ਲਿਆ ਕਲੀਅਰ ਤੇ ਕਿਉਂਕਿ दोनों चीज़ां जिहड़ियां ने सानूं पता होनी चाहिए कि यूनीयन किहदे इक्वल ते इंटरसैक्शन वाले पूछ सकते हैं तो नाल आपां भी डिस्कस कर लिया ठीक है जी नोट डाउन कर लो देखिए नेक्स्ट सम जी सम नंबर 6th ए साडे कोल सेट है जी 3 5 7 11 एक बी सेट है 7 11 13 एक सी है 11 13 15 मैं इत्थे यूनीयन इंटरसैक्शन सारे मतलब कुछ तीन मैं सब पार्ट दे लए काफ़ी सब पार्ट्स ने बट तुहानूं तिन्नां सारा कुछ क्लीयर हो जाऊगा ਆਪਾਂ ਦੋ ਸੈਟ ਦੀ ਯੂਨੀਅਨ ਕੀਤੀ ਆਂਦੇ A ਯੂਨੀਅਨ B ਯੂਨੀਅਨ C ਤਿੰਨਾਂ ਦੀ ਯੂਨੀਅਨ ਫਾਈਂਡ ਕਰੋ ਸੇਮ ਬੇਟਾ ਉਦਾਂ ਹੀ ਹੈ ਜਿੱਦਾਂ ਦੋ ਸੈਟ ਦੀ ਯੂਨੀਅਨ ਕਰੀ ਤਿੰਨਾਂ ਦੀ ਯੂਨੀਅਨ ਕੀ ਆਊਗਾ ਤਿੰਨਾਂ ਦੇ ਐਲੀਮੈਂਟ ਆਪਾਂ ਲਿਖ ਲਾਂਗੇ ਸਾਰੇ A ਯੂਨੀਅਨ B ਯੂਨੀਅਨ C ਕਿਹਦੇ ਕੋਲ ਆਏਗਾ A ਦੇ ਸਾਰੇ ਐਲੀਮੈਂਟ ਲਿਖ ਲਓ ਪਹਿਲਾਂ 3 5 7 9 ਤੇ 11 B ਦੇ ਵੀ ਸਾਰੇ ਲਿਖਾਂਗੇ ਪਰ ਜਿਹੜੇ ਆਲਰੇਡੀ ਲਿਖ ਚੁੱਕੇ ਆ ਉਹ ਨਹੀਂ ਰਿਪੀਟ ਕਰਾਂਗੇ 7 9 11 ਆਲਰੇਡੀ ਆ ਗਏ ਆ ਕੱਲ ਕੀ ਲਿਖਾਂਗੇ 13 C ਦੇ ਵੀ ਸਾਰੇ ਲਿਖਾਂਗੇ 11 13 ਆਲਰੇਡੀ ਆ ਚੁੱਕਿਆ ਇਹ ਕੱਲਾ ਕੀ ਰਹਿ ਗਿਆ 15 ਇਹ ਆ ਗਈ A ਯੂਨੀਅਨ B ਯੂਨੀਅਨ C ਕਲੀਅਰ ਸੈਕਿੰਡ ਪਾਰਟ ਹੈਗਾ ਜੀ ਇੰਟਰਸੈਕਸ਼ਨ A ਇੰਟਰਸੈਕਸ਼ਨ B ਇੰਟਰਸੈਕਸ਼ਨ C ਇੰਟਰਸੈਕਸ਼ਨ 'ਚ ਕੀ ਕਰਨਾ ਸਾਰਿਆਂ ਦੇ ਹੀ ਜਿਹੜੇ ਕਾਮਨ ਐਲੀਮੈਂਟ ਆਪਾਂ ਉਹ ਲਿਖਣੇ ਜਿਹੜੇ A ਵਿੱਚ ਵੀ ਹੋਏ B ਵਿੱਚ ਵੀ ਹੋਏ ਐਂਡ C ਵਿੱਚ ਵੀ ਹੋਏ ਦੇਖੋ ਕਿਹੜੇ ਐਲੀਮੈਂਟ ਤਿੰਨਾਂ ਵਿੱਚ ਹੀ ਆ ਰਹੇ ਜਿਹੜੇ 3 5 ਤੇ A ਵਿੱਚ ਹੀ ਆ 7 9 11 A 'ਚ ਹੈ B ਵਿੱਚ ਹੀ ਹੈ ਬਟ C ਦੇ ਵਿੱਚ 7 9 ਨਹੀਂ ਆ ਓਨਲੀ ਕੀ 11 ਨੰਬਰ ਜਿਹੜਾ ਆ ਉਹ A ਵਿੱਚ ਵੀ ਹੈਗਾ B ਵਿੱਚ ਵੀ ਹੈਗਾ ਤੇ C ਵਿੱਚ ਵੀ ਹੈਗਾ
होर कोई एलिमेंट इदां दा नहीं ना तिन्ना च ही होए तो इंटरसेक्शन फिर ओनली केड़ा एलिमेंट आएगा 11। क्लीयर। थर्ड पार्ट देखो थोड़ा जा इहदे च मिक्सचर दिता होया कि कहंदे पहला ए दी इंटरसेक्शन करो किदे नाल बी यूनियन सी नाल। ਜਦੋਂ ਬ੍ਰੈਕਟਸ ਇਦਾਂ ਪਈਆਂ ਹੋਣ ਨਾ ਬ੍ਰੈਕਟ ਦੇ ਵਿੱਚ ਵਾਲੀ ਟਰਮ ਤੁਸੀਂ ਪਹਿਲਾਂ ਸੋਲਵ ਕਰ ਲੈਣੀ ਹੈ। ਪਹਿਲਾਂ ਅਸੀਂ ਕੀ ਕਰਨਾ ਜੀ b ਦੀ c ਨਾਲ ਯੂਨੀਅਨ ਫਾਈਂਡ ਕਰਨੀ ਹੈ। ਜੋ ਆਨਸਰ ਆਏਗਾ ਉਹਦੀ ਅਸੀਂ ਕੀ ਕਰਨੀ a ਦੇ ਨਾਲ ਇੰਟਰਸੈਕਸ਼ਨ। ਕਲੀਅਰ ਜੀ। ਹੁਣ ਦੇਖੋ b ਯੂਨੀਅਨ c ਪਹਿਲਾਂ ਫਾਈਂਡ ਕਰੋ। ਫਸਟ ਅਸੀਂ b ਯੂਨੀਅਨ c ਜਿਹੜੀ ਉਹ ਫਾਈਂਡ ਕਰਾਂਗੇ। b ਯੂਨੀਅਨ c ਮਤਲਬ b c ਨੂੰ ਇਕੱਠੇ ਕਰ ਲਾਂਗੇ। ਕੀ ਆ ਗਿਆ ਸਾਡੇ ਕੋਲ ਜੀ 7 9 11 ਤੇ 13 ਤੇ c ਦੇ ਐਲੀਮੈਂਟ ਸਾਰੇ ਲਿਖ ਲਾਂਗੇ ਜਿਹੜੇ ਔਰ ਲਿਖ ਚੁੱਕੇ ਨਹੀਂ ਲਿਖਾਂਗੇ 11 13 ਲਿਖ ਲਿਆ ਤੇ ਕੀ ਆ ਗਿਆ 15। ਇਹ ਹੈ ਕਿ b ਯੂਨੀਅਨ c। ਹੁਣ a ਦੀ ਅਸੀਂ ਇੰਟਰਸੈਕਸ਼ਨ ਲੈਣੀ ਹੈ ਕਿਹਦੇ ਨਾਲ a ਦੇ ਨਾਲ। b ਦੀ c ਨਾਲ ਯੂਨੀਅਨ ਕੀਤੀ a ਦਾ ਇੰਟਰਸੈਕਸ਼ਨ। a ਐਲੀਮੈਂਟ ਸਾਡੇ ਕੋਲ ਕਿਹੜੇ ਹੈਗੇ ਜੀ 3 5 7 9 ਤੇ 11 ਨਾਲ ਇੰਟਰਸੈਕਸ਼ਨ ਸਾਡੇ ਕੋਲ ਆਏਗੀ ਜੀ ਕਿਹਦੀ ਜੀ b ਯੂਨੀਅਨ c। ਉਹਦੇ ਐਲੀਮੈਂਟ ਕਿਹੜੇ ਆ ਜੀ 7 9 11 13 ਤੇ 15। ਹੁਣ ਦੇਖੋ ਜੀ a ਦੀ ਇੰਟਰਸੈਕਸ਼ਨ ਕਿਹਦੇ ਨਾਲ b ਯੂਨੀਅਨ c ਹੈ। ਪਹਿਲਾਂ ਹੀ a ਸੈਟ ਲਿਖਿਆ ਫਿਰ b ਯੂਨੀਅਨ c ਸੈਟ ਲਿਖਿਆ। ਕਲੀਅਰ। ਹੁਣ ਦੋਵਾਂ ਦੀ ਕਰੋ ਇੰਟਰਸੈਕਸ਼ਨ। ਕਿਹੜੇ ਐਲੀਮੈਂਟ ਕਾਮਨ ਆ ਰਹੇ ਆ 7 9 ਤੇ 11। ਸਾਡੇ ਕੋਲ ਇੰਟਰਸੈਕਸ਼ਨ ਕੀ ਆ ਗਈ a ਇੰਟਰਸੈਕਸ਼ਨ ਕਿਹਦੇ ਨਾਲ b ਯੂਨੀਅਨ c ਨਾਲ ਕੀ ਹੈਗੀ ਸਾਡੇ ਕੋਲ 7 9 ਤੇ 11। ਮੰਨ ਲਓ ਕਈ ਵਾਰੀ ਇਦਾਂ ਵੀ ਲਿਖਿਆ ਹੋ ਸਕਦਾ ਕਿ a ਯੂਨੀਅਨ b ਦੀ ਇੰਟਰਸੈਕਸ਼ਨ ਲਓ b ਯੂਨੀਅਨ c ਨਾਲ। ਤੇ ਪਹਿਲਾਂ ਬੇਟਾ ਕੀ ਕਰਨਾ a ਯੂਨੀਅਨ b ਤੁਸੀਂ ਸੈਟ ਫਾਈਂਡ ਕਰ ਲੈਣਾ ਫਿਰ b ਯੂਨੀਅਨ c ਫਾਈਂਡ ਕਰ ਲੈਣਾ। ਬਾਅਦ ਚ ਉਹਨਾਂ ਦੋਨਾਂ ਦੀ ਕੀ ਲੈਣੀ ਆਪਾਂ ਇੰਟਰਸੈਕਸ਼ਨ ਲੈਣੀ ਹੈ। ਕਲੀਅਰ ਜੀ। ਨੋਟ ਡਾਊਨ ਕਰ ਲਓ। ਦੇਖੀ ਸਮਝ ਗਏ ਸਾਡੇ ਸਮ 8 ਸਮ ਹੈ ਡਿਸਜੋਇੰਟ ਸੈਟਸ ਨੂੰ ਲੈ ਕੇ। ਦੇਖੋ ਜੀ ਡਿਸਜੋਇੰਟ ਸੈਟ ਕੋਈ ਵੀ ਦੋ ਸੈਟ ਨੂੰ ਕਦੋਂ ਕਹਾਂਗੇ ਡਿਸਜੋਇੰਟ ਹੋਣਗੇ ਜਦੋਂ ਉਹਨਾਂ ਦੋਨਾਂ ਦੀ ਇੰਟਰਸੈਕਸ਼ਨ ਕੀ ਆਏਗੀ 5 ਦੇ। ਕਲੀਅਰ। ਇਸ ਕਰਕੇ ਜੇ ਇੰਟਰਸੈਕਸ਼ਨ 5 ਆ ਡਿਸਜੋਇੰਟ ਨੇ ਜੇ ਇੰਟਰਸੈਕਸ਼ਨ 5 ਨਹੀਂ ਆ ਮਤਲਬ ਇੰਟਰਸੈਕਸ਼ਨ ਵਿੱਚ ਕੋਈ ਕਾਮਨ ਐਲੀਮੈਂਟ ਆ ਜਾਂਦਾ ਤੇ ਉਹ ਡਿਸਜੋਇੰਟ ਨਹੀਂ ਹੈ। ਕਲੀਅਰ। ਹੁਣ ਦੇਖੋ ਇਹ ਸਾਡੇ ਕੋਲ ਸੈਟ ਆ ਐਲੀਮੈਂਟ ਕਿਨੇ 1 2 3 4। b ਵਿੱਚ ਐਲੀਮੈਂਟ ਕਿਹੜੇ ਦੇਖੋ b ਵਿੱਚ ਨੈਚੁਰਲ ਨੰਬਰ ਨੇ ਕਿਹੜੇ ਨੈਚੁਰਲ ਨੰਬਰ ਜਿਹੜੇ 4 ਤੋਂ ਲੈ ਕੇ 6 ਤੱਕ ਨੇ। 4 ਦੇ ਇਕੁਅਲ ਕੀ ਆ ਮਤਲਬ 4 ਨੂੰ ਆਪਾਂ ਇੰਕਲੂਡ ਕਰਾਂਗੇ 4 5 ਤੇ 6। ਹੁਣ ਦੇਖੋ a ਐਲੀਮੈਂਟ ਹੈਗੇ ਆ 1 2 3 b ਵਿੱਚ ਹੈਗੇ 4 5 6। ਦੋਨਾਂ ਦੀ ਇੰਟਰਸੈਕਸ਼ਨ ਲਓ। ਦੋਨਾਂ ਵਿਚਕਾਰ ਕੋਈ ਕਾਮਨ ਐਲੀਮੈਂਟ ਆ ਰਿਹਾ ਹਾਂ 4 ਦੋਵਾਂ ਚ ਆ ਰਿਹਾ। ਦੋਨਾਂ ਦੀ ਇੰਟਰਸੈਕਸ਼ਨ ਕੀ ਆ ਗਈ 4 ਮਤਲਬ ਜੇ ਇੰਟਰਸੈਕਸ਼ਨ ਐਮਪਟੀ ਸੈਟ 5 ਨਹੀਂ ਆਈ ਤੇ ਜਦ ਆਪਾਂ ਕਹਾਂਗੇ ਕਿ ਇਹ ਕੀ ਹੈ ਡਿਸਜੋਇੰਟ ਸੈਟ ਨਹੀਂ ਹੈਗਾ। a ਤੇ b ਡਿਸਜੋਇੰਟ ਕਦੋਂ ਹੋਣੇ ਸੀ ਜਦੋਂ ਇੰਟਰਸੈਕਸ਼ਨ ਕੀ ਦੇ ਇਕੁਅਲ ਆਉਂਦੀ 5 ਦੇ ਐਮਪਟੀ ਸੈਟ ਦੀ ਇਕੁਅਲ ਆਉਂਦੀ। ਆਪਾਂ ਕਹਾਂਗੇ ਹੇਅਰ a intersection b not equal to 5 a and b are not disjoint set। ਤੇ ਜੇ 5 ਆ ਜਾਂਦੀ ਕਹਿਣਾ ਸੀ ਇਹ ਡਿਸਜੋਇੰਟ ਸੈਟ ਹੈਗੇ ਨੇ। ਕਲੀਅਰ ਜੀ। ਇਦਾਂ ਹੀ ਬਾਕੀ ਸਭ ਪਾਰਟ ਦੀ ਇੰਟਰਸੈਕਸ਼ਨ ਲਾਓ। ਜੇ 5 ਦੇ ਅੰਕਲ ਆਉਂਦੀ ਐਮਪਟੀ ਆਉਂਦੀ ਹੈ ਡਿਸਜੋਇੰਟ ਨੇ ਜੇ ਐਮਪਟੀ ਨਹੀਂ ਆਉਂਦੀ ਤੇ ਨਾਟ ਡਿਸਜੋਇੰਟ ਨੇ। ਅੱਗੇ 9 ਸਾਹਮਣੇ ਜੀ ਡਿਫਰੈਂਸ ਸਬ ਸੈਟ ਨੂੰ ਲੈ ਕੇ ਦੇਖੋ ਧਿਆਨ ਨਾਲ a b c d ਸਾਡੇ ਕੋਲ 4 ਸੈਟ ਨੇ। ਮੈਂ 3 ਸਬ ਪਾਰਟ ਦੇ ਲਏ ਠੀਕ ਹੈ ਹੋਰ ਵੀ ਕਾਫੀ ਸਬ ਪਾਰਟ ਨੇ ਖੁਦ ਟਰਾਈ ਕਰਨਾ। ਕਹਿੰਦੇ a b ਫਾਈਂਡ ਦੇਖੋ ਬੇਟਾ a b ਚ ਅਸੀਂ ਸਾਰੇ ਐਲੀਮੈਂਟ ਸਿਰਫ a ਦੇ ਹੀ ਲਵਾਂਗੇ ਜਿਹੜੇ ਕੱਲੇ a ਵਿੱਚ ਨੇ। ਜਿਹੜੇ b ਦੇ ਨਾਲ ਸਾਂਝੇ ਨੇ ਉਹਨੂੰ ਹੀ ਕੀ ਆ ਹਟਾ ਦਾਂਗੇ ਵਿੱਚੋਂ। ਦੇਖੋ ਜੀ a ਦੇ ਐਲੀਮੈਂਟ ਦੇਖੋ ਕਿਹੜੇ b ਨਾਲ ਸਾਂਝੇ ਨੇ ਜਿਹੜੇ a ਵਿੱਚ ਵੀ ਆ b ਵਿੱਚ ਵੀ ਆ। ਦੇਖੋ ਕਿਹੜੇ ਉਹਨੂੰ ਹਟਾ ਦਿਓ ਉਹਨੂੰ ਕ੍ਰਾਸ ਕਰ ਦਿਓ ਬਾਕੀ ਜੋ ਬਚਦੇ ਆ ਉਹ ਐਲੀਮੈਂਟ ਲੈਣੇ ਆਪਾਂ। ਸਿਰਫ ਐਲੀਮੈਂਟ a ਦੇ ਹੀ ਕੱਲੇ ਆਪਾਂ ਲੈਣੇ ਆ। ਜਿਹੜੇ ਐਲੀਮੈਂਟ b ਨਾਲ ਸਾਂਝੇ ਉਹ ਹਟਾਉਣੇ ਆ। 3 ਕੱਲਾ a ਵਿੱਚ ਹੀ ਆ 6 ਕੱਲਾ a ਚ ਆ 9 ਕੱਲਾ a ਚ ਆ 12 ਦੋਨਾਂ ਚ ਹੈਗਾ 12 ਅਸੀਂ ਡਿਲੀਟ ਕਰ ਦੇਣੇ ਵਿੱਚੋਂ। 15 ਕੱਲਾ a ਚ ਆ 18 ਕੱਲਾ a ਚ 21 ਜਿਹੜਾ ਹੈ ਕੱਲਾ a ਚ ਹੈਗਾ। ਫਿਰ a b ਕਿਹੜੇ ਐਲੀਮੈਂਟ ਆਉਣਗੇ 3 ਆਏਗਾ 6 ਆਏਗਾ 9 ਨੈਕਸਟ 12 ਨਹੀਂ ਲਵਾਂਗੇ ਬਿਕੋਜ਼ 12 b ਨਾਲ ਸਾਂਝਾ ਆ। ਆਪਾਂ ਸਿਰਫ a ਦੇ ਐਲੀਮੈਂਟ ਲੈਣੇ ਜਿਹੜੇ ਕੱਲੇ a ਵਿੱਚ ਹੀ ਆ ਰਹੇ ਆ। ਉਹ ਐਲੀਮੈਂਟ ਕੋਈ ਨਹੀਂ ਲੈਣਾ ਜਿਹੜਾ a ਤੇ b ਦੋਨਾਂ ਚ ਆ ਰਿਹਾ ਓਨਲੀ a ਦੇ ਐਲੀਮੈਂਟ ਜਿਹੜੇ ਦੋਨਾਂ ਚ ਆ ਰਹੇ ਆਪਾਂ ਉਹ ਨਹੀਂ ਲੈਣੇ a ਚੋਂ। ਠੀਕ ਹੈ ਜੀ। ਉਸ ਤੋਂ ਬਾਅਦ 9 ਤੋਂ ਬਾਅਦ 15 ਆ ਜਾਏਗਾ ਉਹ ਕੱਲਾ a ਵਿੱਚ ਹੀ ਆ 18 ਵੀ ਆ ਜਾਏਗਾ ਤੇ 21 ਵੀ ਆ ਜਾਏਗਾ।
क्लीयर जी। नैक्सट C माइनस A, C माइनस A मतलब असीं कल्ले C दे ही एलीमेंट लवांगे, वो कोई एलीमेंट नहीं लवांगे जिहड़ा C ते A दोनों विच हैगा, सिर्फ C दे एलीमेंट उही लवांगे जिहड़े कल्ले C विच ने, जिहड़े A नाल सांझे ने वो असीं की कर दांगे C दे विचों माइनस कर देवांगे। ठीक है, C माइनस A देखो C दे एलीमेंट, पहला एलीमेंट जी 2 कल्ला C विच ही आ, A च नहीं हैगा, 2 आएगा। 4 भी कल्ला C च है। 6 ਜਿਹੜਾ ਆ ਉਹ C ਤੇ A ਦੋਨਾਂ ਚ ਸਾਂਝਾ ਆ, ਆਪਾਂ C ਚੋਂ ਸਾਰੇ ਐਲੀਮੈਂਟ ਕੱਟ ਦੇਣੇ ਆ ਜਿਹੜੇ A ਨਾਲ ਸਾਂਝੇ ਆ, ਉਹ ਨਹੀਂ ਲੈਣੇ, ਬਾਕੀ ਸਾਰੇ C ਦੇ ਐਲੀਮੈਂਟ ਲਵਾਂਗੇ। 6 ਵੀ ਸਾਂਝਾ, 8 ਨਹੀਂ ਆ, 10 ਵੀ, 12 ਵੀ ਹੈਗਾ, C ਤੇ A ਦੋਨਾਂ ਵੀ ਕੱਟਤਾ, 14 ਨਹੀਂ ਹੈਗਾ, 16 ਨਹੀਂ ਹੈਗਾ। 6 ਤੇ 12 ਦੋ ਐਲੀਮੈਂਟ C ਦੇ A ਨਾਲ ਕਾਮਨ ਸੀ, ਉਹ ਕਾਮਨ ਐਲੀਮੈਂਟ C ਚੋਂ ਨਹੀਂ ਲੈਣੇ ਆਪਾਂ, ਸਿਰਫ ਕਿਹੜੇ ਐਲੀਮੈਂਟ ਲਵਾਂਗੇ, ਓਨਲੀ ਐਲੀਮੈਂਟ C ਦੇ ਜਿਹੜੇ ਇਕੱਲੇ C ਦੇ ਵਿੱਚ ਹੀ ਹੋਣ, ਉਹ A ਦੇ ਵਿੱਚ ਨਾ ਹੋਣ, ਉਹ ਐਲੀਮੈਂਟ ਆਪਾਂ ਨਹੀਂ ਲੈਣੇ। ਸਿਰਫ ਟੂ ਆਏਗਾ 2 4, ਨੈਕਸਟ ਆਏਗਾ 8 10 14 ਤੇ 16। ਠੀਕ ਹੈ, ਜਿਹੜਾ ਪਹਿਲਾ ਸੈੱਟ ਹੁੰਦਾ ਸੀ ਉਹਦੇ ਹੀ ਐਲੀਮੈਂਟ ਲੈਣੇ ਆ। डिफरेंस ऑफ सैट में ਸਾਡੇ ਕੋਲ एलिमेंट पहले सैट ਦੇ ਹੀ ਲੈਣੇ ਹੁੰਦੇ ਆ, ਉਹ एलिमेंट ਕੋਈ ਨਹੀਂ ਲੈਣਾ ਜਿਹੜਾ ਦੂਜੇ ਸੈੱਟ ਵਿੱਚ ਵੀ ਹੋਏ। ठीक है, उस तो बाद नेक्स्ट जी थर्ड D माइनस C। हुण D माइनस C करांगे, ओनली एलिमेंट आपां D दे ही लवांगे, ए चों ओ देख लो जिहड़े C नाल सांझे आ ओ D चों कट दो। 5 ऊपर नहीं हैगा, 10 हैगा जी, 10 दोनों विच कॉमन है जी, इस करके D माइनस C च आपां एलिमेंट कल्ले D दे ही लेने आ, जिहड़े C विच D दोनों च आ रहे आ ओ नहीं लेने। ये कटता 15 नहीं आ रहा जी, 20 नहीं आ रहा जी, फिर D माइनस C क्या आ गया 5 15 ਤੇ 20। क्लीयर जी, इस तरीके नाल डिफरेंस ऑफ टू सैट ਜਿਹੜੇ ਆਪਾਂ फाइंड ਕਰਦੇ ਹਾਂ। होप करदा ਤੁਹਾਨੂੰ ਸਾਰੇ टॉपिक क्लीयर होणगे। बहुत इंपॉर्टेंट ਲੈਕਚਰ ਅੱਜ ਦਾ, ਕਿਉਂਕਿ ਸਾਰੀ ਐਕਸਰਸਾइज ਤੇ ਆਪਾਂ ਕਵਰ ਕੀਤੀ ਲੈਕਚਰ ਦੇ ਵਿੱਚ, ਤੇ ਨੈਕਸਟ ਆਪਾਂ ਹੁਣ ਨਵੇਂ ਟੌਪਿਕ ਨਾਲ ਮਿਲਾਂਗੇ।